ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ ਤੇ। ਆਓ ਉਸ ਦਾ ਅਗਲਾ ਹਿੱਸਾ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ ਦੂਜਾ, ਹਵੇਲੀਆਂ ਮਹਿਲਵਤ ਮਾੜੀਆਂ, ਸੰਮਤ 1886 ਤੋਂ 1890। ਅਨੋਖਾ ਨਾਂ। ਹੁਣ ਇੱਕ ਨਿੱਕਾ ਜਿਹਾ ਗ੍ਰਾਂ ਕਦੇ ਕਿਸੇ ਰਾਜੇ ਦੀ ਰਾਜਧਾਨੀ ਵੀ ਰਿਹਾ ਹੋ ਸਕਦਾ ਹੈ। ਅਸਲੀ ਮਹਿਲਾਂ ਵਰਗੀਆਂ ਮਾੜੀਆਂ ਕਦੇ ਇਹ ਹੋਣਗੀਆਂ। ਹੁਣ ਪੰਜਾਬ ਵਿੱਚ ਉੱਤਰ ਪੱਛਮੀ ਰੇਲਵੇ ਦਾ ਇੱਕ ਰੇਲ ਸਟੇਸ਼ਨ ਹੈ। ਇਸ ਗ੍ਰਾਂ ਵਿੱਚ ਮੈਂ ਪਹਿਲਾਂ ਸਕੂਲੇ ਪੜ੍ਹਨੇ ਪਾਇਆ। ਮੇਰਾ ਪਹਿਲਾ ਸਕੂਲ ਇੱਕ ਮਸੀਤ ਸੀ। ਇਹ ਮਸੀਤ ਮੈਨੂੰ ਯਾਦ ਹੈ। ਇਹਦਾ ਮੋਤੀ ਚਿੱਟਾ ਗੁੰਬਦ ਤੇ ਪਤਲੇ ਇਹਦੇ ਮੁਨਾਰੇ, ਮੁਤਬਰਕ ਥਾਂ ਸਦਾ ਹਰੇ ਸਰੂਆਂ ਨਾਲ ਭਰੀ ਪਈ ਸੀ। ਸਰੂ ਵਗਦੀਆਂ ਪੌਣਾਂ ਨਾਲ ਝੰਮਦੇ ਸਨ। ਇਹਦੇ ਸਵੱਛ ਨੰਗੇ ਫਰਸ਼ ਫੂੜੀਆਂ ਨਾਲ ਢੱਕੇ ਸਨ। ਫੂੜੀਆਂ ਦੀ ਛੋਹ ਕੋਮਲ, ਲਗਭਗ ਮਨੁੱਖੀ ਮਾਸ ਦੀ ਛੋਹ ਵਾਂਗ ਦਰਦਵੰਦ। ਮੈਂ ਨਹੀਂ ਜਾਣਦਾ ਕਿਉਂ, ਪਰ ਇੱਕ ਅਨੋਖੀ ਜਿਹੀ ਝਰਨਾਟ ਹੁਣ ਵੀ ਮੈਨੂੰ ਆਉਂਦੀ ਹੈ ਕਿ ਪਹਿਲੀ ਵਾਰੀ ਮੈਂ ਉੱਥੇ ਸੁਲੇਮਾਨ ਦਾ ਨਾਂ ਸੁਣਿਆ, ਤੇ ਮੈਨੂੰ ਉਸ ਮਸੀਤ ਦਾ ਜਿਹੜਾ ਵਾਤਾਵਰਣ ਕਦੀਮੀ ਬਾਬਰ, ਸ਼ਾਮ ਤੇ ਈਰਾਨ ਵਰਗਾ ਜਾਪਿਆ। ਇਰਾਕ ਤੇ ਬਗਦਾਦ ਦਾ ਪਿਛੋਕੜ ਆਪਣੇ ਖਿਆਲ ਦੀ ਸਾਦਗੀ ਤੇ ਲੰਮੇ ਰੂਹਾਨੀ ਪਿੱਛੇ ਦੀ ਗਹਿਰ ਗੰਭੀਰ ਸ਼ਾਨ ਵਿੱਚ ਅਕਸਿਆ ਦਿਸਿਆ ਸੀ। ਸਕੂਲ ਦਾ ਮੁਖੀਆ ਬੁੱਢਾ ਮੌਲਵੀ ਸੀ। ਉਹਦੇ ਸਿਰ ਉੱਤੇ ਵੱਡੀ ਸਾਰੀ ਪੱਗ ਤੇ ਲੰਮੀ ਪਲਮ ਦੀ ਦਾੜੀ। ਪਹਿਲੀ ਵਾਰ ਤੇ ਮੈਂ ਖਿਆਲ ਕੀਤਾ ਉਹ ਮੇਰੇ ਪਿਤਾ ਦਾ ਉਤਾਰਾ ਸੀ, ਤੇ ਕਿਸੇ ਖਿਆਲੋਂ ਮੇਰੇ ਪਿਤਾ ਨੇ ਆਖਿਆ ਸੀ ਮੈਂ ਉਸਨੂੰ ਬਾਬਾ ਕਹਿ ਬੁਲਾਇਆ ਕਰਾਂ। ਪਹਿਲੇ ਦਿਨ ਜਦੋਂ ਮੇਰੇ ਪਿਤਾ ਨੇ ਮਠਿਆਈ ਤੇ ਮਿਸਰੀ ਦੀ ਟੋਕਰੀ ਮੈਨੂੰ ਅਰਬੀ ਅੱਖਰ ਪੜ੍ਹਾਉਣ ਵਜੋਂ ਉਹਨੂੰ ਭੇਟ ਕੀਤੀ ਸੀ, ਮੌਲਵੀ ਨੇ ਬੜੀ ਮਿਹਰਬਾਨੀ ਨਾਲ ਮੇਰਾ ਸਵਾਗਤ ਕੀਤਾ ਤੇ ਮੈਨੂੰ ਉਹਦਾ ਪਿਆਰ ਉਸੇ ਤਰ੍ਹਾਂ ਦਾ ਜਾਪਿਆ ਜਿਵੇਂ ਮੇਰੇ ਪਿਤਾ ਮੈਨੂੰ ਪਿਆਰ ਦਿੰਦੇ ਸਨ। ਮੌਲਵੀ ਨੇ ਮੇਰੀ ਪਿੱਠ ਉੱਤੇ ਹੱਥ ਫੇਰ ਕੇ ਅਸੀਸ ਦੇਂਦੇ ਆਖਿਆ, ਬਿਸਮਿਲ੍ਲਾ, ਅਸੀਂ ਅੱਲਾਹ ਦਾ ਨਾਂ ਲੈ ਕੇ ਸ਼ੁਰੂ ਕਰਦੇ ਹਾਂ। ਹੁਣ ਮੈਂ ਖਿਆਲ ਕਰਦਾ ਹਾਂ ਇਹ ਬੜਾ ਚੰਗਾ ਸ਼ੁਰੂ ਸੀ। ਉਹਦਾ ਮੈਨੂੰ ਸਬਕ ਦੇਣ ਦਾ ਢੰਗ ਮੇਰੀ ਮਾਂ ਵਰਗਾ ਸੀ। ਜਿਵੇਂ ਉਹ ਖਾਣ ਲਈ ਮੈਨੂੰ ਇੱਕ ਦੇ ਬਾਅਦ ਦੂਜੀ ਚੰਗੀ ਚੀਜ਼ ਦਿਆ ਕਰਦੀ ਸੀ। ਉਹਦਾ ਸਿਖਲਾਈ ਦਾ ਢੰਗ ਨਿੱਘਾ, ਨਿੱਜੀ ਤੇ ਸਨੇਹ ਭਰਿਆ ਸੀ। ਮੈਨੂੰ ਮਹਿਸੂਸ ਹੁੰਦਾ ਜੇਕਰ ਉਹ ਮੇਰੇ ਅੰਦਰ ਵੜ ਕੇ ਉਹੀ ਕੁਝ ਦੁਹਰਾਉਂਦਾ ਜਾਂਦਾ ਸੀ ਜੋ ਉਹ ਚਾਹੁੰਦਾ ਸੀ। ਮੈਂ ਆਖਾਂ ਨਹੀਂ ਤਾਂ ਹੁਣ ਤੱਕ ਉਹ ਕਿਵੇਂ ਮੈਨੂੰ ਯਾਦ ਰਹਿੰਦਾ ਕਿ ਜਿਵੇਂ ਆਪਣੀ ਕਰਾਮਾਤ ਨਾਲ ਉਸ ਮੈਨੂੰ ਸੁਲੇਮਾਨ ਤੇ ਦਾਰਾ ਤੇ ਹਜ਼ਰਤ ਮੁਹੰਮਦ ਦੇ ਕਦੀਮੀ ਦੇਸ਼ਾਂ ਤੋਂ ਮੈਨੂੰ ਜਾਣੂ ਕਰਾਇਆ ਸੀ। ਉਹ ਆਲਮ ਭਾਵੇਂ ਨਹੀਂ ਹੋਣਾ, ਪਰ ਉਹ ਜਾਣਕਾਰੀ ਵਾਲਾ ਸੀ। ਕਿੰਨਾ ਕੁਝ ਉਹਦੀ ਕਮਰ ਉੱਤੇ ਸੀ ਤੇ ਕਿੰਨਾ ਕੁਝ ਹੋਰ ਉਹਦੇ ਪਿੱਛੇ ਸੀ। ਸਾਰਾ ਦਿਨ ਫੂੜੀਆਂ ਉੱਤੇ ਲੇਟੇ ਰਹਿਣਾ ਮੈਨੂੰ ਪਿਆਰਾ ਲੱਗਦਾ ਸੀ। ਹਵੇਲੀਆਂ ਵਿੱਚ ਹੀ ਫਿਰ ਮੇਰੀ ਮਾਂ ਨੇ ਗੁਰੂ ਦੀ 35 ਅੱਖਰੀ ਸਿੱਖਣ ਲਈ ਮੈਨੂੰ ਇੱਕ ਰਿਸ਼ਟ-ਪੁਸ਼ਟ ਮੋਟੇ ਗੋਰੇ ਮੋਕਲੇ ਅੰਗਾਂ ਤੇ ਗੁੰਦੇ ਸਰੀਰ ਵਾਲੇ ਪਹਾੜੀਏ ਸਿੱਖ ਭਾਈ ਜੀ ਨੂੰ ਸੌਂਪ ਦਿੱਤਾ। ਉਹ ਇੰਨਾ ਮਨੁੱਖ ਨਹੀਂ ਸੀ ਲੱਗਦਾ ਜਿੰਨਾ ਇੱਕ ਚਿੱਟਾ ਧੀਰਾ ਸਾਨ। ਮੈਨੂੰ ਯਾਦ ਹੈ ਮੇਰੇ ਕੋਲ ਸੋਹਣੀ ਕੋਹੂ ਦੀ ਫੱਟੀ ਹੁੰਦੀ ਸੀ, ਜਿਹਨੂੰ ਮੈਂ ਗਾਚਣੀ ਜਾਂ ਕਾਲਖ ਨਾਲ ਪੋਚ ਲਿਆ ਕਰਦਾ ਸਾਂ। ਉਹਦੇ ਉੱਤੇ ਭਾਈ ਜੀ ਆਪਣੀ ਕਲਮ ਨਾਲ ਅੱਖਰ ਉਕਰ ਦਿੰਦਾ ਸੀ। ਇਹਨਾਂ ਪੂਰਨੀਆਂ ਨੂੰ ਮੈਂ ਭਰਨਾ ਹੁੰਦਾ ਸੀ। ਬੇਲਾ ਸਿੰਘ ਉਹਦਾ ਨਾਂ ਸੀ ਤੇ ਇੱਕ ਦਾੜੀ ਵਾਲਾ ਬਾਲ ਸੀ। ਇੱਕ ਸਰਲ ਜਿਹਾ ਬੰਦਾ ਜਿਹੜਾ ਹਰ ਕਿਸੇ ਦੇ ਦਿਲ ਵਿੱਚ ਆਪਣੇ ਲਈ ਹਮਦਰਦੀ ਜਗਾ ਲੈਂਦਾ ਸੀ। ਅਸੀਂ ਬੱਚੇ ਉਹਨੂੰ ਖਪਾ ਕੇ ਖੁਸ਼ ਹੋਇਆ ਕਰਦੇ ਸਾਂ। ਉਹ ਹੱਸ ਕੇ ਸਾਨੂੰ ਹੋਰ ਖੁਸ਼ ਕਰ ਛੱਡਦਾ ਸੀ। ਜਦੋਂ ਉਹ ਗੁਰੂ ਦੀ ਬਾਣੀ ਪੜ੍ਹ ਕੇ ਲੋਕਾਂ ਨੂੰ ਸੁਣਾਉਂਦਾ, ਉਹ ਰੋ ਪੈਂਦਾ ਤੇ ਦੂਜਿਆਂ ਨੂੰ ਵੀ ਗੁਰੂ ਪ੍ਰੀਤ ਨਾਲ ਰਵਾ ਦਿੰਦਾ ਸੀ। ਉਹ ਕਿਰਤ ਕਰਕੇ ਰੋਟੀ ਕਮਾਉਂਦਾ ਸੀ। ਉਹ ਨਦੀ ਤੋਂ ਪਾਣੀ ਭਰ ਲਿਆਉਂਦਾ ਤੇ ਪਿੰਡ ਦੇ ਲੋਕਾਂ ਲਈ ਕਈ ਨਿੱਕੇ ਮੋਟੇ ਕੰਮ ਕਰ ਦਿੰਦਾ ਸੀ। ਬੇਲਾ ਸਿੰਘ ਕਿਸੇ ਦਾ ਆਖਾ ਮੋੜਨਾ ਤਾਂ ਜਾਣਦਾ ਹੀ ਨਹੀਂ ਸੀ। ਨਾ ਉਹਨੂੰ ਕਿਸੇ ਕੰਮੋਂ ਜਿਹੜਾ ਕਰਨ ਵਾਲਾ ਹੋਵੇ ਕਦੇ ਦਰੇਗ ਹੁੰਦਾ ਸੀ। ਭਾਈ ਜੀ ਨਿਰਾ ਮੇਰਾ ਹੀ ਅਧਿਆਪਕ ਨਹੀਂ ਸੀ, ਉਹ ਹਵੇਲੀਆਂ ਦੀਆਂ ਸਾਰੀਆਂ ਹਿੰਦੂ ਇਸਤਰੀਆਂ ਦਾ ਵੀ ਅਧਿਆਪਕ ਹੁੰਦਾ ਸੀ। ਉਹ ਹਰ ਸਵੇਰੇ ਠੰਡੀ ਨਦੀ ਵਿੱਚ ਨਹਾ ਕੇ ਗੁਰੂ ਨਾਨਕ ਦੀ ਜਪਜੀ ਤੇ ਕੋਈ ਗੁਰੂ ਅਰਜਨ ਦੀ ਸੁਖਮਨੀ ਸਾਹਿਬ ਸਿੱਖਣ ਬੇਲਾ ਸਿੰਘ ਕੋਲ ਆਉਂਦੀਆਂ ਸਨ। ਜਿਹੜੀ ਤੁਕ ਭਾਈ ਬੇਲਾ ਸਿੰਘ ਪੜ੍ਹ ਕੇ ਸੁਣਾਉਂਦਾ ਸੀ, ਉਹਨੂੰ ਉਹ ਇਸਤਰੀਆਂ ਕੰਠ ਕਰਕੇ ਦੂਜੇ ਦਿਨ ਸੁਣਾਉਂਦੀਆਂ।
ਇਸ ਤਰ੍ਹਾਂ ਉਹ ਗੁਰੂ ਦੇ ਸ਼ਬਦਾਂ ਦਾ ਕਿੰਨਾ ਸਾਰਾ ਭਾਗ ਜ਼ਬਾਨੀ ਯਾਦ ਕਰ ਲੈਂਦੀਆਂ। ਸਿੱਖ ਧਰਮਸ਼ਾਲਾ ਭਾਈ ਜੀ ਦੀ ਸੌਂਪਣਾ ਵਿੱਚ ਪਰ ਪੰਚਾਇਤ ਦੇ ਪ੍ਰਬੰਧ ਹੇਠਾਂ ਹੁੰਦੀ ਸੀ। ਜਿਸ ਪੰਚਾਇਤ ਦੇ ਮੈਂਬਰ ਪਿੰਡ ਦੇ ਉੱਘੇ ਹਿੰਦੂ ਹੁੰਦੇ ਸਨ। ਮੈਂ ਵੇਖਦਾ ਸਾਂ ਕਿ ਹਿੰਦੂ ਗੁਰੂ ਅੱਗੇ ਮੱਥਾ ਟੇਕਦੇ ਤੇ ਗੁਰੂ ਦੇ ਸ਼ਬਦਾਂ ਤੇ ਗੁਰੂਆਂ ਦੀਆਂ ਸਾਖੀਆਂ ਬੜੀ ਸ਼ਰਧਾ ਨਾਲ ਸੁਣਦੇ ਸਨ, ਪਰ ਉਹਨਾਂ ਦੀ ਭਾਵਨਾ ਪੁਰਾਣੀ ਹਿੰਦੂ ਵਿਧੀ ਤੇ ਪੂਜਾ ਨਾਲ ਭਰਪੂਰ ਹੁੰਦੀ ਸੀ। ਉਹਨਾਂ ਦੀਆਂ ਇਸਤਰੀਆਂ ਕੁਝ ਵਧੇਰੇ ਸੁਤੰਤਰ ਸਨ। ਭਾਈ ਬੇਲਾ ਸਿੰਘ ਸਿੱਧਾ ਸਾਦਾ ਆਦਮੀ ਸੀ। ਉਹ ਚੰਗੇ ਭੋਜਨ ਤੇ ਜ਼ਬਾਨ ਉੱਤੇ ਲਹੂ ਅੰਦਰ ਗੁਰੂ ਸ਼ਬਦ ਦੀ ਸਦੀਵੀ ਧੁਨੀ ਦੀ ਗੂੰਜ ਵਿੱਚ ਵਿਸ਼ਵਾਸ ਰੱਖਦਾ ਸੀ। ਉਹ ਪ੍ਰਸੰਨ ਸੀ, ਲਾਲ ਗੁਲਾਬ ਸੀ, ਪੰਛੀ ਵਾਂਗ ਸਦਾ ਪ੍ਰਸੰਨ ਸੀ। ਉਹ ਗੁਰੂਆਂ ਦੀਆਂ ਸਾਖੀਆਂ ਸਾਨੂੰ ਸੁਣਾਇਆ ਕਰਦਾ ਤੇ ਉਹਨਾਂ ਦੀ ਪਾਵਨ ਯਾਦ ਵਿੱਚ ਸਾਨੂੰ ਰਵਾ ਛੱਡਦਾ ਸੀ। ਧਰਮਸ਼ਾਲਾ ਵਿੱਚ ਸਵੇਰੇ ਤੇ ਸ਼ਾਮ ਦਾ ਕੀਰਤਨ ਮੈਨੂੰ ਪਿਆਰਾ ਲੱਗਦਾ ਸੀ। ਇਹ ਏਡਾ ਮਿੱਠਾ ਤੇ ਸੁਭਾਵਕ ਹੁੰਦਾ ਸੀ ਕਿਉਂਕਿ ਮੇਰੀਆਂ ਭੈਣਾਂ ਗਾਉਂਦੀਆਂ ਸਨ। ਮੇਰੀ ਮਾਂ ਜੋਟੀਆਂ ਵਿੱਚ ਸ਼ਾਮਲ ਹੁੰਦੀ ਤੇ ਪਿੰਡ ਦੇ ਸਾਰੇ ਜਵਾਨ ਤੇ ਬੁੱਢੇ ਮਰਦ ਜ਼ਨਾਨੀਆਂ ਸ਼ਾਮਲ ਹੁੰਦੇ। ਕਿੰਨੀ ਖੁਸ਼ੀ ਹੁੰਦੀ ਸੀ ਤੇ ਕਦੇ ਕੋਈ ਪੁਰਬ ਦਿਹਾੜ ਹੁੰਦਾ ਸੀ। ਜਦੋਂ ਕੜਾਹ ਪ੍ਰਸ਼ਾਦ ਜਾਂ ਦੇਵ ਭੋਜਨ ਦੇ ਰੂਪ ਵਿੱਚ ਗੁਰੂ ਦੀ ਬਖਸ਼ਿਸ਼ ਵੰਡੀ ਜਾਂਦੀ ਸੀ, ਮੈਨੂੰ ਖੁਸ਼ੀ ਵਿੱਚ ਇੱਕ ਚਾਅ ਚੜ ਜਾਂਦਾ। ਸਾਰੇ ਬੱਚੇ ਚਾਹ ਭਾਰੇ ਤਿਆਰ ਹੁੰਦੇ ਤੇ ਮੈਂ ਵੇਖਦਾ ਸਾਂ ਜਵਾਨ ਕੁੜੀਆਂ ਤੇ ਵੋਟੀਆਂ ਦਾ ਉਤਸ਼ਾਹ ਵੀ ਕੋਈ ਘੱਟ ਨਹੀਂ ਸੀ ਹੁੰਦਾ। ਸਿਰਫ ਉਹ ਬਜ਼ੁਰਗਾਂ ਦੇ ਡਰੋਂ ਅਧੀਨ ਜਿਹੀਆਂ ਰਹਿੰਦੀਆਂ। ਹਵੇਲੀਆਂ ਦੀਆਂ ਧਰਮਸ਼ਾਲਾ ਵਿੱਚ ਇੱਕ ਸੋਹਣਾ ਪਿੱਪਲ ਹੁੰਦਾ ਸੀ। ਮੈਂ ਉਹਦੇ ਹੇਠਾਂ ਬਹਿੰਦਾ ਤੇ ਜਦੋਂ ਉਹਦੇ ਪੱਤੇ ਜ਼ਿੰਦਗੀ ਨਾਲ ਸਰ-ਸਰ ਕਰਦੇ ਮੈਨੂੰ ਬੜਾ ਅਚੰਭਾ ਹੁੰਦਾ। ਸਾਰੇ ਬ੍ਰਿਛਾਂ ਵਿੱਚੋਂ ਪਿੱਪਲ ਮਨੁੱਖ ਦੇ ਬਹੁਤ ਹੀ ਨੇੜੇ ਹੈ। ਮੈਨੂੰ ਨਮਾਜ਼ੀਆਂ ਦਾ ਗੋਰੇ ਗੰਭੀਰ ਮੂੰਹ ਬਣਾਈ ਮਸਜਿਦ ਵਿੱਚ ਆਉਣਾ, ਖਾਸ ਕਰ ਉਹਨਾਂ ਦਾ ਮਸਜਿਦ ਨੂੰ ਗੁਸਲਖਾਨੇ ਵਾਂਗ ਵਰਤਣਾ, ਡਿਊਟੀ ਵਿੱਚ ਚਿੱਕੜ ਕਰ ਦੇਣਾ ਤੇ ਉੱਠਣ ਬੈਠਣ ਦੀ ਬੇਲੋਚ ਜਿਹੀ ਪ੍ਰਣਾਲੀ ਬਿਲਕੁਲ ਚੰਗੇ ਨਹੀਂ ਸਨ ਲੱਗਦੇ। ਨਿਰਸੰਦੇਹ ਮਸਜਿਦ ਵਿੱਚ ਨਾ ਕੋਈ ਮੇਰੇ ਦਿਲ ਨੂੰ ਖਿੱਚਣ ਵਾਲਾ ਰੰਗ ਤੇ ਨਾ ਕੋਈ ਰਾਗ ਹੁੰਦਾ, ਪਰ ਚਟਾਈਆਂ ਉੱਤੇ ਲੰਮੇ ਪਏ ਰਹਿਣ ਵਿੱਚ ਬੜਾ ਸਵਾਦ ਸੀ। ਮਸਜਿਦ ਦੀ ਘੋਰ ਸਾਦਗੀ ਉਸ ਸਜਾਵਟ ਤੋਂ ਜਿਹੜੀ ਵਹਿਮ ਪੂਰਬ ਦੇ ਮੰਦਰਾਂ ਨੂੰ ਦੇਂਦਾ ਹੈ, ਮਹਾਨ ਸੁਰਖਰੋਈ ਦੇਂਦੀ ਤੇ ਇੱਕ ਸਜਰਾ ਜਿਹਾ ਵੱਖਰਾਪਨ ਦਰਸਾਉਂਦੀ ਹੈ। ਮੈਂ ਕਈ ਵਾਰੀ ਚਾਨਚੱਕ ਬਿਮਾਰ ਹੋ ਜਾਂਦਾ ਸਾਂ, ਜਿਹਦਾ ਕਾਰਨ ਕਿਸੇ ਦੀ ਮਾੜੀ ਨਜ਼ਰ ਦਾ ਲੱਗ ਜਾਣਾ ਸਮਝਿਆ ਜਾਂਦਾ ਸੀ ਤੇ ਮੇਰੇ ਮੌਲਵੀ ਦੀ ਸ਼ੌਹਰਤ ਸੀ ਕਿ ਉਹ ਸੋਹਣੇ ਬਿਮਾਰਾਂ ਨੂੰ ਮਾੜੀ ਨਜ਼ਰ ਤੋਂ ਰਾਜ਼ੀ ਕਰ ਦਿੰਦਾ ਸੀ। ਇਹ ਨਜ਼ਰ ਸਿਰਫ ਸੋਹਣੇ ਕੁੜੀਆਂ ਮੁੰਡਿਆਂ ਨੂੰ ਤੇ ਸੋਹਣੀਆਂ ਚੀਜ਼ਾਂ ਨੂੰ ਹੀ ਲੱਗਦੀ ਸੀ। ਮੇਰੇ ਪਿਤਾ ਜਦੋਂ ਮੈਨੂੰ ਮੌਲਵੀ ਕੋਲ ਲੈ ਜਾਂਦੇ, ਉਹ ਬੁੱਲਾਂ ਵਿੱਚ ਕੁਝ ਬੁੜਬੁੜਾਉਂਦਾ, ਫਿਰ ਮੇਰੇ ਉੱਤੇ ਥੁੱਕਦਾ ਤੇ ਮੇਰੇ ਪਿਤਾ ਨੂੰ ਕੁਝ ਧਾਗੇ ਆਪਣੇ ਕੱਪੜੇ ਨਾਲੋਂ ਲਾ ਕੇ ਦਿੰਦਾ। ਇਹ ਧਾਗੇ ਦਗਦੇ ਕੋਲਿਆਂ ਉੱਤੇ ਸੁੱਟਣੇ ਹੁੰਦੇ ਸਨ ਤੇ ਉਹਨਾਂ ਦਾ ਧੂੰਆਂ ਮੇਰੀਆਂ ਨਾਸਾਂ ਵਿੱਚ ਉਹਨਾਂ ਚਿਰ ਪਾਉਂਦੇ ਜਾਣਾ ਹੁੰਦਾ ਸੀ ਜਿੰਨਾ ਚਿਰ ਮੇਰੀਆਂ ਅੱਖਾਂ ਅਥਰੂਆਂ ਨਾਲ ਭਰ ਕੇ ਗਲ ਘੁੱਟਿਆ ਨਾ ਜਾਏ। ਮੈਂ ਇਸ ਅਮਲ ਤੋਂ ਆਵਾਜ਼ਾਰ ਹੋ ਜਾਂਦਾ ਤੇ ਬੜੀ ਅੜੀ ਕਰਦਾ ਸਾਂ, ਪਰ ਆਖਿਰ ਬੱਚਾ ਸਾਂ। ਬੱਚੇ ਦੀ ਇਹਨਾਂ ਗੱਲਾਂ ਵਿੱਚ ਕੌਣ ਸੁਣਦਾ ਹੈ? ਬੱਚਾ ਆਪਣੇ ਮਾਪਿਆਂ ਨੂੰ ਨਾਰਾਜ਼ ਕਰਨ ਦਾ ਹੀਆ ਕਿਵੇਂ ਕਰੇ? ਮਾਪੇ ਭਾਵੇਂ ਕਿੰਨੇ ਬੇਸਮਝ ਹੋਣ, ਉਹ ਸਦਾ ਭਲਾ ਹੀ ਚਾਹੁੰਦੇ ਤੇ ਪਿਆਰ ਬਾਲਾ ਕਰਦੇ ਹਨ। ਮੈਂ ਕਹਿ ਨਹੀਂ ਸਕਦਾ। ਸ਼ਾਇਦ ਇਸੇ ਅਜੀਬ ਜਿਹੀ ਪ੍ਰੇਤਕ ਗੱਲ ਕਰਕੇ ਜਾਂ ਮੁਸਲਮਾਨ ਨਮਾਜ਼ੀਆਂ ਦਾ ਮਸਜਿਦ ਨੂੰ ਗੁਸਲਖਾਨੇ ਵਾਂਗ ਵਰਤਣ ਕਰਕੇ ਮਸਜਿਦ ਦਾ ਕਾਮਣ ਮੇਰੇ ਮਨੋਂ ਲਹਿੰਦਾ ਜਾਣ ਲੱਗ ਪਿਆ। ਉੱਥੇ ਸਿਰਫ ਫਾਰਸੀ ਦੇ ਆਪਣੇ ਸਬਕ ਲੈਣ ਲਈ ਮੈਂ ਬਹਿੰਦਾ ਤੇ ਘਰ ਦੌੜ ਆਉਂਦਾ। ਮੈਨੂੰ ਅਨੋਖਾ ਜਿਹਾ ਭੁਲਾਂਦਰਾ ਹੁੰਦਾ ਸੀ ਕਿ ਸੁਲੇਮਾਨ ਦੇ ਦਿਆਰਾਂ ਭਾਰੇ ਮੰਦਰ ਦੀ ਸ਼ਕਲ ਤੇ ਉਹਦਾ ਵਾਤਾਵਰਣ ਮਸਜਿਦ ਵਰਗਾ ਸੀ। ਇਹ ਭੁਲਾਂਦਰਾ ਮੇਰਾ ਮਸਜਿਦ ਜਾਣ ਵਾਲੀਆਂ ਦੀਆਂ ਮੈਲੀਆਂ ਆਦਤਾਂ ਨੇ ਉਟਕਾ ਦਿੱਤਾ। ਜਾਂ ਜਿਵੇਂ ਮੈਂ ਹੁਣ ਮਹਿਸੂਸ ਕਰਦਾ ਹਾਂ, ਇੱਕ ਸਿੱਖ ਬੱਚਾ ਹੋਣ ਵਜੋਂ ਮੇਰੇ ਲਹੂ ਵਿੱਚ ਹੀ ਕੋਈ ਸੂਖਮ ਤੇ ਅਦਿੱਖ ਗੱਲ ਹੋਵੇਗੀ ਕਿ ਧਰਮਸ਼ਾਲਾ ਨੂੰ ਵੇਖਦਿਆਂ ਹੀ ਮਸਜਿਦ ਵਿੱਚ ਮੇਰਾ ਵਿਸ਼ਵਾਸ ਉੱਡ ਜਾਂਦਾ ਸੀ। ਮੈਨੂੰ ਯਾਦ ਹੈ, ਆਪਣੇ ਭਾਈ ਜੀ ਨਾਲ ਮੈਂ ਇਉਂ ਖੇਡਦਾ ਸਾਂ ਜਿਉਂ ਉਹ ਮੇਰਾ ਭਰਾ ਹੁੰਦਾ ਹੈ ਤੇ ਮੌਲਵੀ ਦੀ ਮੈਂ ਸਿਰਫ ਇੱਜ਼ਤ ਹੀ ਕਰਦਾ ਸਾਂ। ਜਦੋਂ ਮੈਂ ਮੌਲਵੀ ਨਾਲ ਹੁੰਦਾ ਸਾਂ, ਇੱਕ ਚੁੱਪ ਜਿਹਾ ਭਾਰ ਵਰਗਾ ਕੁਝ ਮੇਰੇ ਮਨ ਉੱਤੇ ਪੈ ਜਾਂਦਾ ਸੀ
ਤੇ ਆਪਣੇ ਗਵਾਰ ਜੇ ਭਾਈ ਜੀ ਦੀ ਸੋਬਤ ਵਿੱਚ ਮੇਰੀ ਆਤਮਾ ਉੱਤੇ ਖੇੜਾ ਜਿਹਾ ਆ ਜਾਂਦਾ ਸੀ। ਮੌਲਵੀ ਮੇਰੇ ਅੰਦਰ ਇੱਕ ਡਰਾਉਣਾ ਸਹਿਮ ਤੇ ਭਾਈ ਜੀ ਇੱਕ ਖੁਸ਼ੀ ਜਗਾਉਂਦਾ ਸੀ। ਹੁਣ ਮੈਨੂੰ ਜਾਪਦਾ ਹੈ ਕਿ ਉਸ ਮੌਲਵੀ ਨਾਲੋਂ ਜਿਸ ਨੇ ਸਾਦੀ ਨੂੰ ਪੜ੍ਹਿਆ ਤੇ ਤਬਰੇਜ਼ ਤੇ ਮੌਲਾਨਾ ਰੂਮੀ ਨੂੰ ਵਿਚਾਰਿਆ ਤੇ ਹਜ਼ਰਤ ਨਬੀ ਦੇ ਗਹਿਰੇ ਡਰ ਵਿੱਚ ਬਿਲਾ ਨਾਗਾ 5 ਨਮਾਜ਼ਾਂ ਪੜ੍ਹੀਆਂ ਸਨ, ਉਹ ਬੇਸਮਝ ਭਾਈ ਜੀ ਮੈਨੂੰ ਵਧੇਰੇ ਮਿੱਠੀ ਤੇ ਹਲਕੀ ਆਤਮਕ ਸੂਝ ਦਿੰਦਾ ਸੀ। ਸ਼ਾਇਦ ਇਸ ਕਰਕੇ ਕਿ ਭਾਈ ਜੀ ਵਧੇਰੇ ਘਰੋਗੀ ਤੇ ਮੌਲਵੀ ਗੈਰ ਤੇ ਦੁਰਾਡਾ ਸੀ। ਮੈਂ ਸੋਹਣਾ ਬੱਚਾ ਸਾਂ, ਗੋਰਾ ਤੇ ਗੁਲਾਬੀ। ਮੇਰੇ ਨਕਸ਼ ਕੀ ਜਾਣੇ ਉਹਨਾਂ ਅਦਿੱਖ ਯੂਨਾਨੀ ਕਲਾਕਾਰਾਂ ਦੇ ਉਕਰੇ ਸਨ, ਜਿਹੜੇ ਮਨੁੱਖ ਨੂੰ ਸਦਾ ਸ਼ਿੰਗਾਰਨ ਵਾਲੇ ਗੰਦਾਰਾ ਤੇ ਹਜ਼ਾਰਾ ਦੀ ਪਾਉਣ ਵਿੱਚ ਵਿਚਰਦੇ ਰਹਿੰਦੇ ਸਨ। ਉਹਨਾਂ ਪੁਰਾਣੇ ਬੋਧੀ ਸ਼ਰਧਾਲੂਆਂ ਨੇ ਜਿਨ੍ਹਾਂ ਨੇ ਗੰਧਾਰਾਂ ਦੀਆਂ ਚਟਾਨਾਂ ਉੱਤੇ ਬੁੱਧ ਦਾ ਮੁਖੜਾ ਖੁਣਿਆ ਸੀ। ਇਹ ਭਾਵ ਕਿ ਮੇਰੇ ਨਕਸ਼ਾਂ ਉੱਤੇ ਆਤਮਕ ਸੋਹਜ ਦੇ ਉਹਨਾਂ ਆਸ਼ਕਾਂ ਦੀਆਂ ਕਮਾਲ ਛੂਆਂ ਹਨ, ਮੈਨੂੰ ਸਦਾ ਨਸ਼ਿਆਈ ਰੱਖਦਾ ਰਿਹਾ ਹੈ। ਮੈਂ ਇੱਕ ਪਠਾਨ ਬੱਚਾ ਦਿਸਦਾ ਸਾਂ ਜਿਹਦੇ ਦੁਆਲੇ ਪਰੀ ਵਰਗਾ ਪ੍ਰਭਾਵ ਹੋਵੇ। ਸਿਰਫ ਮੇਰੀਆਂ ਅੱਖਾਂ ਛੋਟੀਆਂ ਸਨ। ਹਜ਼ਾਰੇ ਦੇ ਹਿੰਦੂਆਂ ਦੇ ਸ਼ਰਮੀਲੇਪਨ ਦੀ ਸੋਬਤ ਕਰਕੇ ਮੇਰਾ ਯਕੀਨ ਹੈ ਕਿ ਜੇ ਮੇਰੇ ਪਿਤਾ ਸਰਹੱਦ ਦੇ ਹੋਰ ਅੰਦਰ ਜਾ ਵਸੇ ਹੁੰਦੇ ਤਾਂ ਮੇਰੇ ਕੱਦ ਤੇ ਕਾਮਤ ਤੇ ਅੱਖੀਆਂ ਵਿੱਚ ਚੰਗੇਰਾ ਸੁਮੇਲ ਹੁੰਦਾ। ਬਰਫ਼ ਆਦਮੀ ਦੇ ਨਕਸ਼ਾਂ ਉੱਤੇ, ਕੁਦਰਤ ਦੇ ਦ੍ਰਿਸ਼ ਉੱਤੇ ਤੇ ਦੁਆਲੇ ਰਹਿਣ ਵਾਲੇ ਲੋਕਾਂ ਦੇ ਦਿਲਾਂ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ। ਮਾਵਾਂ ਕਦੇ-ਕਦੇ ਨਿੱਕੀਆਂ ਅਣਗਹਿਲੀਆਂ ਕਾਰਨ ਆਪਣੇ ਬੱਚਿਆਂ ਦੀਆਂ ਸੁੰਦਰਤਾ ਦੀ ਪੂਰੀ ਜਾਗੀਰ ਗੁਆ ਬੈਂਦੀਆਂ ਹਨ। ਪਠਾਨ ਮੈਨੂੰ ਪਿਆਰ ਕਰਦੇ ਸਨ ਕਿ ਮੈਂ ਅਨੋਖਾ ਸਾਂ ਤੇ ਮੇਰੇ ਅੰਗ ਉਹਨਾਂ ਨੂੰ ਹਿੰਦੂ ਬੱਚੇ ਦੇ ਅੰਗਾਂ ਨਾਲੋਂ ਕਿਤੇ ਵਧੇਰੇ ਮੋਕਲੇ ਦਿਸਦੇ ਸਨ। ਮੈਂ ਖੁੱਲ੍ਹਦਿਲਾ, ਸ਼ਰਾਰਤੀ ਤੇ ਸਿੱਧਾ ਸਾਂ ਤੇ ਮੇਰੀ ਬੋਲਚਾਲ ਦਾ ਢੰਗ ਸੁਆਦਲਾ ਸੀ। ਕਈ ਬਜ਼ੁਰਗ ਪਠਾਨ ਮੈਨੂੰ ਪਿਆਰ ਨਾਲ ਆਪਣੇ ਗੋਡਿਆਂ ਉੱਤੇ ਬਿਠਾ ਕੇ ਗੰਧਾਰਾ ਪਰਬਤ ਦੇ ਦਿਓਆਂ ਦੀਆਂ ਕਹਾਣੀਆਂ ਸੁਣਾਉਂਦੇ ਤੇ ਦੱਸਦੇ ਕਿ ਉਹ ਦਿਓ ਅਜੇ ਵੀ ਇਹਨਾਂ ਪਹਾੜਾਂ ਵਿੱਚ ਡੱਕੇ ਹੋਏ ਤੇ ਕਦੇ-ਕਦੇ ਉਹ ਗੱਜਦੇ ਸ਼ੂਕਰਦੇ ਸਨ। ਇਸ ਸਿੱਖਿਆ ਦੇ ਬਾਅਦ ਮੇਰੇ ਸਾਹਮਣੇ ਖੜੋਤੇ ਪਹਾੜ ਮੈਨੂੰ ਜਿਉਂਦੇ ਦਿਓ ਜਾਪਦੇ ਸਨ। ਕਈ ਵਾਰੀ ਮੈਂ ਉਹਨਾਂ ਨੂੰ ਆਵਾਜ਼ ਮਾਰ ਕੇ ਆਖਦਾ ਸਾਂ ਕਿ ਉਹ ਮੈਨੂੰ ਆਪਣੀ ਸ਼ੂਕਰ ਸੁਣਾਉਣ ਤੇ ਮੈਂ ਆਪਣਾ ਕਿੰਨਾ ਸਾਰਾ ਸਮਾਂ ਹੁਜਰੇ ਵਿੱਚ ਬਿਤਾਉਂਦਾ ਸਾਂ। ਹੁਜਰਾ ਪਠਾਣਾਂ ਦੇ ਮਿਲ ਬਹਿਣ ਦੀ ਖੁੱਲੀ ਥਾਂ ਹੁੰਦੀ ਸੀ, ਜਿੱਥੇ ਉਹਨਾਂ ਦੇ ਬਹਿਣ ਲਈ ਕੰਧਾਂ ਦੇ ਨਾਲ ਜਾਂ ਇੱਕ ਉੱਚੇ ਥੜੇ ਉੱਤੇ ਪੱਥਰ ਸਿੱਲਾਂ ਜੜੀਆਂ ਹੁੰਦੀਆਂ ਸਨ। ਇੱਕ ਵਾਰੀ ਮੇਰੀ ਮਾਂ ਮੈਨੂੰ ਆਪਣੇ ਪਿਤਾ ਤੇ 2 ਭੈਣਾਂ ਕੋਲ ਹਵੇਲੀਆਂ ਵਿੱਚ ਛੱਡ ਕੇ ਆਪ 1 ਮਹੀਨੇ ਲਈ ਪੇਕੇ ਚਲੀ ਗਈ। ਮੈਂ ਬਿਮਾਰ ਹੋ ਗਿਆ। ਭੈੜੀ ਨਜ਼ਰ ਦਾ ਫਿਰ ਸ਼ੱਕ ਪੈ ਗਿਆ ਤੇ ਇਸ ਵਾਰੀ ਖੁਦ ਆਪਣੇ ਪਿਤਾ ਦੀ ਨਜ਼ਰ ਦਾ, ਜਿਹੜਾ ਮੇਰੇ ਚਿਹਰੇ ਦੀ ਲਾਲੀ ਵੇਖ ਕੇ ਇੱਕਦਮ ਖੁਸ਼ ਹੋ ਗਿਆ ਸੀ। ਵੱਡਾ ਮੌਲਵੀ ਕਿਤੇ ਵਾਂਡੇ ਗਿਆ ਸੀ। ਪਿੰਡ ਦੇ ਹਿੰਦੂ ਹਕੀਮ ਦੇ ਇਲਾਜ ਨੇ ਕੋਈ ਆਰਾਮ ਨਾ ਦਿੱਤਾ। ਭੱਠ ਚੜਿਆ ਤਾਪ ਸੀ। ਮੈਂ ਹੱਡੀਆਂ ਦਾ ਪਿੰਜਰ ਬਣ ਗਿਆ। ਮੇਰੇ ਸਿੱਖ ਸੁਨਹਿਰੀ ਕੇਸ ਇੱਕ ਮਿੱਠਾ ਜਿਹਾ ਅਲਚਾ ਪਲਚਾ ਬਣ ਗਏ, ਕਿਉਂਕਿ ਮੈਂ ਆਪਣੀ ਮਾਂ ਦੇ ਸਿਵਾ ਕਿਸੇ ਹੋਰ ਨੂੰ ਨਾ ਕੰਘਾ ਵਾਹਣ ਤੇ ਨਾ ਸਵਾਰਨ ਦਿੰਦਾ ਸਾਂ। ਕੇਸ ਬੜੇ ਸੰਘਣੇ ਸਨ ਤੇ ਕੰਘੀ ਦੀ ਹਰ ਫਿਰਨੀ ਉੱਤੇ ਪੀੜ ਕਰਦੇ ਸਨ। ਪਰ ਜਦੋਂ ਮੇਰੀ ਮਾਂ ਕੰਘਾ ਕਰਦੀ ਸੀ ਉਦੋਂ ਇਹ ਨਹੀਂ ਸਨ ਪੀੜ ਕਰਦੇ। ਬਿਸਤਰੇ ਵਿੱਚੋਂ ਵੀ ਮੈਂ ਕਿਸੇ ਹਿੰਦੂ ਜੋਗੀ ਦੀ ਨਿੱਕ ਮੂਰਤੀ ਦਿਸਦਾ ਸਾਂ। ਮੌਲਵੀ ਮੁੜ ਆਇਆ। ਮੇਰੇ ਪਿਤਾ ਉਹਦੇ ਕੋਲ ਜਾ ਕੇ ਰੋਏ ਕਿ ਮੈਂ ਮਰਦਾ ਜਾ ਰਿਹਾ ਸਾਂ ਤੇ ਉਹਨਾਂ ਮਿੰਨਤਾਂ ਕਰਕੇ ਆਖਿਆ ਕਿ ਮੌਲਵੀ ਆਪਣੀ ਛੋਹ ਨਾਲ ਮੈਨੂੰ ਰਾਜ਼ੀ ਕਰ ਦੇਵੇ। ਮੌਲਵੀ ਮੈਨੂੰ ਵੇਖਣ ਆਇਆ। ਮੈਨੂੰ ਵੇਖ ਕੇ ਮੁਸਕਰਾਇਆ ਤੇ ਆਖਣ ਲੱਗਾ, ਵੱਛਾ ਆਪਣੀ ਗਊ ਮਾਤਾ ਦੇ ਵਿਛੋੜੇ ਵਿੱਚ ਬਿਮਾਰ ਹੈ। ਤੁਸੀਂ ਉਹਦੇ ਪਿਓ ਉਹਦੀ ਰੂਹ ਵਿੱਚ ਆਬੇ ਹਯਾਤ ਦੀਆਂ ਧਾਰਾਂ ਨਹੀਂ ਪਾ ਸਕਦੇ, ਜਿਹੜੀਆਂ ਧਾਰਾਂ ਉਹਦੀ ਮਾਂ ਸਦਾ ਇਹਨੂੰ ਦਿੰਦੀ ਸੀ। ਮੌਲਵੀ ਸੱਚਾ ਸੀ। ਜਦੋਂ ਹੀ ਮੇਰੀ ਮਾਂ ਵਾਪਸ ਆਈ, ਉਹਦੀ ਇੱਕ ਗਲਵਕੜੀ ਨੇ ਮੈਨੂੰ ਅਰੋਗ ਕਰ ਦਿੱਤਾ। ਇਹਦੇ ਬਾਅਦ ਜਦੋਂ ਮੌਲਵੀ ਨੇ ਮੈਨੂੰ ਵੇਖਿਆ, ਮੇਰੇ ਪਿਤਾ ਕੋਲ ਸਨ। ਮੌਲਵੀ ਨੇ ਸਿਰ ਹਿਲਾ ਕੇ ਆਖਿਆ, ਇਹ ਲੜਕਾ ਹਮੇਸ਼ਾ ਬਿਮਾਰ ਹੋ ਜਾਏਗਾ ਜੇ ਇਹਦੇ ਕੋਲ ਪਿਆਰ ਨਾਲ, ਖਾਸ ਤੌਰ ਤੇ ਪਿਆਰ ਦੀ ਰਸਕਤਾ ਨਾਲ ਰਜਾਣ ਵਾਲਾ ਕੋਈ ਨਾ ਹੋਵੇ। ਇਹ ਆਪਣੇ ਲਈ ਉਚੇਚੇ ਲਾੜ ਦਾ ਲੋੜਵੰਦ ਹੈ, ਨਹੀਂ ਤਾਂ ਇਹ ਸਾਦੀ ਔਸਤ ਜਿਹੀ ਸੋਗੀ ਜਿੰਦ ਬਣ ਜਾਏਗਾ
ਪਰ ਜੇ ਇਹਦੀ ਖੁਰਾਕ ਇਹਨੂੰ ਰਜਵੀਂ ਮਿਲਦੀ ਰਹੀ ਤਾਂ ਇਸ ਲੜਕੇ ਦੀ ਤਕਦੀਰ ਇਹਨੂੰ ਕਈਆਂ ਗੱਲਾਂ ਵਿੱਚ ਉੱਘਾ ਬਣਾਏਗੀ। ਹਾਂਜੀ, ਫਿਰ ਦੁਹਰਾ ਦਈਏ, ਇਹ ਲੜਕਾ ਹਮੇਸ਼ਾ ਬਿਮਾਰ ਹੋ ਜਾਏਗਾ ਜੇ ਇਹਦੇ ਕੋਲ ਪਿਆਰ ਨਾਲ, ਖਾਸ ਤੌਰ ਤੇ ਪਿਆਰ ਦੀ ਰਸਕਤਾ ਨਾਲ ਰਝਾਣ ਵਾਲਾ ਕੋਈ ਨਾ ਹੋਵੇ। ਇਹ ਆਪਣੇ ਲਈ ਉਚੇਚੇ ਲਾਡ ਦਾ ਲੋੜਵੰਦ ਹੈ, ਨਹੀਂ ਤਾਂ ਇਹ ਸਾਦੀ ਔਸਤ ਜਿਹੀ ਸੋਗੀ ਜਿੰਦ ਬਣ ਜਾਏਗਾ। ਪਰ ਜੇ ਇਹਦੀ ਖੁਰਾਕ ਇਹਨੂੰ ਰਜਵੀਂ ਮਿਲਦੀ ਰਹੀ ਤਾਂ ਇਸ ਲੜਕੇ ਦੀ ਤਕਦੀਰ ਇਹਨੂੰ ਕਈਆਂ ਗੱਲਾਂ ਵਿੱਚ ਉੱਘਾ ਬਣਾਏਗੀ। ਇਹਦੀ ਜ਼ਿੰਦਗੀ ਦੂਜਿਆਂ ਦੇ ਹੱਥ ਹੈ, ਤੁਹਾਡੇ ਹੱਥਾਂ ਵਿੱਚ ਕਦੇ ਨਹੀਂ ਸੀ, ਇਹਦੀ ਮਾਂ ਦੇ ਹੱਥਾਂ ਵਿੱਚ ਹੈ। ਮੈਨੂੰ ਇਸ ਦੁਨੀਆ ਵਿੱਚ ਇਸ ਲੜਕੇ ਦੀ ਤਕਦੀਰ ਬਾਰੇ ਡਰ ਹੈ। ਜਿਸ ਦੁਨੀਆ ਵਿੱਚ ਸਭ ਗੱਲਾਂ ਬਹੁਤਾ ਕਰਕੇ ਕੋਰੇ ਕੋਰੇ ਲੋਕਾਂ ਦੇ ਹੱਥ ਹਨ ਤੇ ਜਿੱਥੇ ਜਜ਼ਬੇ ਨੂੰ ਸ਼ੁਦਾ ਆਖਿਆ ਜਾਂਦਾ ਹੈ ਤੇ ਇਹੋ ਜਿਹੇ ਬੱਚੇ ਨੂੰ ਬੇਗਰਜ਼ ਲਾਡ ਅਤ ਫਰਿਸ਼ਤੇ ਤੇ ਦੇਵਤੇ ਹੀ ਦੇ ਸਕਦੇ ਹਨ। ਮੈਂ ਨਹੀਂ ਜਾਣਦਾ ਖੁਦਾ ਨੇ ਇਹਦੀ ਜ਼ਹਾਨਤ ਤੇ ਉਹਦੇ ਇਜ਼ਹਾਰ ਨੂੰ ਇਹਦੇ ਆਪੇ ਤੋਂ ਬਾਹਰ ਕਿਉਂ ਰੱਖ ਦਿੱਤਾ ਹੈ, ਤੇ ਜੇ ਇਹਦੀ ਦੁਨੀਆ ਨੇ ਇਹਨੂੰ ਪ੍ਰੇਰਨਾ ਦਿੱਤੀ ਤਾਂ ਮਹਾਨ ਕੰਮਾਂ ਦੀ ਭਲ ਇਹਨੂੰ ਮਿਲੇਗੀ, ਤੇ ਜੇ ਦੁਨੀਆ ਨੇ ਇਹਦੇ ਨਾਲ ਸਾਧਾਰਨ ਵਰਤਾਓ ਵੀ ਕਰਕੇ ਇਹਦੀ ਰੂਹ ਨੂੰ ਖੁੰਡਾ ਕਰ ਦਿੱਤਾ ਤਾਂ ਇਹ ਲੜਕਾ ਆਪਣਾ ਸਮਾਂ ਕਲੇਸ਼ ਤੇ ਆਪਾ ਸਰਾਪਣ ਵਿੱਚ ਗੁਜ਼ਾਰੇਗਾ। ਮੈਨੂੰ ਇਹਦੇ ਪਾਗਲ ਹੋ ਜਾਣ ਦਾ ਵੀ ਡਰ ਹੈ। ਹਮੇਸ਼ਾ ਵਾਂਗ ਮੇਰੇ ਪਿਤਾ ਨੇ ਮੌਲਵੀ ਨੂੰ ਮੇਰੇ ਉੱਤੇ ਥੁੱਕਣ ਤੇ ਮੇਰੇ ਲਈ ਦੁਆ ਕਰਨ ਲਈ ਆਖਿਆ ਤੇ ਕੋਈ ਧਾਗੇ ਮੰਗੇ, ਜਿਨ੍ਹਾਂ ਦੇ ਧੂਏ ਨਾਲ ਉਸ ਰਾਤ ਉਹਨਾਂ ਮੇਰੀਆਂ ਨਾਸਾਂ ਭਰ ਦਿੱਤੀਆਂ। ਮੈਂ ਨਹੀਂ ਜਾਣਦਾ ਕਿ ਸਤਿਕਾਰਯੋਗ ਮੌਲਵੀ ਮੇਰੀ ਤਕਦੀਰ ਦੀ ਪੇਸ਼ੀਨਗੋਈ ਵਿੱਚ ਕਿੰਨਾ ਕੁ ਠੀਕ ਸੀ, ਪਰ ਮੈਂ ਹਮੇਸ਼ਾ ਬਿਮਾਰ ਹੋ ਜਾਂਦਾ ਜਦੋਂ ਵੀ ਮੇਰੇ ਪਿਤਾ ਮੇਰੇ ਗਲਤ ਉਚਾਰਨ ਜਾਂ ਅਰਬੀ ਅੱਖਰਾਂ ਦੀ ਗੁਲਾਈ ਠੀਕ ਨਾ ਕਰਨ ਉੱਤੇ ਮੈਨੂੰ ਝਿੜਕਦੇ ਜਾਂ ਧੌਲ ਤਫਾ ਮਾਰਦੇ। ਉਦੋਂ ਮੇਰੀ ਮਾਂ ਮੈਨੂੰ ਬਿਮਾਰ ਕਰ ਦੇਣ ਉੱਤੇ ਮੇਰੇ ਪਿਤਾ ਨੂੰ ਝਿੜਕਦੀ, ਸੜ ਜਾਣ ਤੁਹਾਡੇ ਅੱਖਰ, ਤੁਸਾਂ ਮੇਰਾ ਬੱਚਾ ਬਿਮਾਰ ਕਰ ਦਿੱਤਾ। ਇਹ ਮੈਂ ਨਹੀਂ ਜਾਣਦਾ ਕਿ ਮਾਂ ਦੇ ਝਿੜਕਣ ਉੱਤੇ ਮੈਨੂੰ ਕਿਉਂ ਕਦੇ ਕੋਈ ਦੁੱਖ ਨਹੀਂ ਸੀ ਹੁੰਦਾ। ਸ਼ਾਇਦ ਇਸ ਲਈ ਕਿ ਓੜੋ ਕੋ ਮੁਸਕਰਾ ਪੈਂਦੀ ਤੇ ਮੈਨੂੰ ਚੁੰਮ ਲੈਂਦੀ ਤੇ ਆਪ ਰੋ ਪੈਂਦੀ ਸੀ। ਮੈਨੂੰ ਯਾਦ ਹੈ, ਜੇ ਕੋਈ ਸਾਡਾ ਸਾਕ ਸੈਨ ਉਸ ਦੂਰ ਦੁਰਾਡੇ ਪਿੰਡ ਵਿੱਚ ਸਾਨੂੰ ਮਿਲਣ ਆ ਨਿਕਲਦਾ, ਓਨੀ ਦਿਨੀ ਰੇਲ ਗੱਡੀ ਨਹੀਂ ਸੀ ਹੁੰਦੀ। ਮੇਰੀ ਮਾਂ, ਮੇਰੀਆਂ ਦੋਵੇਂ ਭੈਣਾਂ ਤੇ ਮੈਂ ਇਸ ਘਟਨਾ ਉੱਤੇ ਮਸਤੀ ਵਿੱਚ ਆ ਜਾਂਦੇ। ਸਾਡਾ ਘਰ ਅਨੋਖੇ ਤੇ ਡੂੰਘੇ ਸਵਾਗਤ ਨਾਲ ਭਰਿਆ ਹੁੰਦਾ। ਮੇਰੀ ਮਾਂ ਪ੍ਰਾਹੁਣਿਆਂ ਦੀ ਖਾਤਰ ਵਿੱਚ ਆਪਣੇ ਆਪ ਨੂੰ ਚੂਰ ਕਰ ਦਿੰਦੀ। ਉਸ ਸਮੇਂ ਅਸੀਂ ਇਹਨੂੰ ਵੱਡੀ ਰੂਹਾਨੀ ਬਰਕਤ ਮਹਿਸੂਸ ਕਰਦੇ ਸਾਂ। ਇਹ ਸਾਨੂੰ ਇੱਕ ਪ੍ਰੀਤ ਕਹਾਣੀ, ਹੋਰਨਾਂ ਦੁਨੀਆ ਦਾ ਪਿਆਰ ਫਸਾਨਾ ਜਾਪਦਾ। ਇਹ ਇੱਕ ਨਿਗੂਣੀ ਜਿਹੀ ਘਟਨਾ ਸਾਨੂੰ ਖੁਸ਼ੀ ਨਾਲ ਤੇ ਸਾਡੀ ਯਾਦ ਨੂੰ ਮਿੱਠੇ ਸੁਆਦਾਂ ਨਾਲ ਭਰ ਦਿੰਦੀ। ਅਫਸੋਸ ਉਹ ਸਾਰੇ ਸੋਹਣੇ ਜਜ਼ਬੇ ਹੁਣ ਲੱਦ ਗਏ ਨੇ। ਮਿੱਤਰਾਂ ਨੂੰ ਮਿਲਣ ਦਾ ਉਹ ਛਾਲਾ ਹੁਣ ਇੱਕ ਕਿਸਮ ਦਾ ਸ਼ੁਦਾ ਖਿਆਲ ਕੀਤਾ ਜਾਂਦਾ ਹੈ। ਸਭ ਕੁਝ ਹੁਣ ਵਿਹਾਰ ਬਣ ਗਿਆ ਹੈ। ਠੰਡੀ ਦਲੀਲ ਬਹਿਸ ਕਰਦੀ ਹੈ ਤੇ ਲਾਭ ਹਾਣ ਨੂੰ ਤੋਲਦੀ ਹੈ, ਤੇ ਮੁੱਖ ਵਿਚਾਰ ਇਹ ਹੁੰਦਾ ਹੈ ਕਿ ਇਹਦੇ ਵਿੱਚੋਂ ਲਾਭ ਕਿੰਨਾ ਹੋਵੇਗਾ। ਮਨੁੱਖੀ ਹਿਰਦਾ ਖੁਸ਼ਕ ਹੁੰਦਾ ਜਾ ਰਿਹਾ ਹੈ, ਆਤਮਾ ਅੰਨੀ ਕੀਤੀ ਜਾ ਰਹੀ ਹੈ। ਇਹੋ ਜਿਹੀ ਸੁੰਝ ਉਜਾੜ ਵਿੱਚ ਅਸੀਂ ਕਿਵੇਂ ਜੀਵਾਂਗੇ? ਸ਼ਾਇਦ ਅਸੀਂ ਅੱਗੇ ਹੀ ਮਰ ਚੁੱਕੇ ਹਾਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।